जैसे कि बाइबल कहती है, इज़राइल का परमेश्वर पूरा छुटकारा देने वाला परमेश्वर है। यह वचन इस भाई के जीवन में पूरा हुआ और परमेश्वर ने इन्हें पूरी तरह छुटकारा दिया। सारे ਨੂੰ ਜੈਮ ਸੀ ਜੀ। ਮੇਰਾ ਨਾਮ ਰਾਜਕੁਮਾਰ ਹੈ। ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ। ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਿਹਾ। ਅੱਜ ਤੋਂ 3 ਸਾਲ ਪਹਿਲਾਂ ਮੈਂ ਕੋਲਕਾਤਾ ਵਿੱਚ ਜੌਬ ਕਰਦਾ ਸੀ। ਉੱਥੇ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਕਿਸੇ ਅੰਨੇ ਜਾਤੀ ਫੰਕਸ਼ਨ ਵਿੱਚ ਗਿਆ। ਉਸ ਤੋਂ ਉੱਥੇ ਖਾਣਾ ਖਾਣ ਤੋਂ ਬਾਅਦ ਮੈਂ ਜਿਸ ਤਰ੍ਹਾਂ ਹੀ ਘਰ ਵਾਪਸ ਆਇਆ, ਉਸੇ ਦਿਨ ਤੋਂ ਹੀ ਮੈਨੂੰ ਦੁਸ਼ਟ ਆਤਮਾ ਦੇ ਅਟੈਕ ਹੋਣੇ ਸ਼ੁਰੂ ਹੋ ਗਏ। ਉਸੇ ਰਾਤ ਜਦ ਮੈਂ ਸੋ ਰਿਹਾ ਸੀ ਤਾਂ ਮੈਨੂੰ ਅਚਾਨਕ ਦਬਾਅ ਪਿਆ ਤੇ ਮੈਨੂੰ ਇੱਦਾਂ ਲੱਗਾ ਕਿ ਜਿਵੇਂ ਮੇਰੀ ਕੋਈ ਛਾਤੀ ਉੱਪਰ ਬੈਠਾ ਹੈ ਤੇ ਮੇਰਾ ਗਲਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਬੋਲਦਾ ਸੀ ਬਟ ਬੋਲ ਨਹੀਂ ਹੁੰਦਾ ਸੀ। ਫਿਰ ਮੈਂ ਆਪਣੇ ਦੋਸਤਾਂ ਨੂੰ ਦੱਸਿਆ। ਦੋਸਤਾਂ ਨੇ ਕਿਹਾ ਤੈਨੂੰ ਉੱਦਾਂ ਹੀ ਲੱਗ ਰਿਹਾ, ਕੁਝ ਨਹੀਂ ਹੈਗਾ ਇੱਦਾਂ ਦਾ। ਉਸੇ ਦਿਨ ਹੀ ਜਦ ਮੈਂ ਕਿਤੇ ਜਾ ਰਿਹਾ ਸੀ ਤਾਂ ਮੈਨੂੰ ਇੱਦਾਂ ਮਹਿਸੂਸ ਹੁੰਦਾ ਸੀ ਕਿ ਮੇਰੇ ਪਿੱਛੇ ਕੋਈ ਕਾਲਾ ਪਰਛਾਵਾਂ ਆ ਰਿਹਾ। ਮੈਂ ਜਿੱਧਰ ਵੀ ਜਾਂਦਾ ਸੀ ਉਹ ਮੇਰੇ ਮਗਰ ਮਗਰ ਹੀ ਰਹਿੰਦਾ ਸੀ। ਪਹਿਲਾਂ ਤਾਂ ਮੈਨੂੰ ਇੱਦਾਂ ਲੱਗਾ ਕਿ ਇਹ ਉੱਦਾਂ ਹੀ ਹੋ ਰਿਹਾ, ਪਰ ਫਿਰ ਮੈਨੂੰ ਇਹ ਦਬਾਅ ਹਰ ਰੋਜ਼ ਪੈਣੇ ਸ਼ੁਰੂ ਹੋ ਗਏ। ਇਸ ਦੇ ਨਾਲ ਹੀ ਮੈਨੂੰ ਗਲਤ ਸੁਪਨੇ ਆਉਣੇ ਸ਼ੁਰੂ ਹੋ ਗਏ। ਸੁਪਨੇ ਵਿੱਚ ਦੁਸ਼ਟ ਆਤਮਾ ਮੇਰੇ ਨਾਲ ਗਲਤ ਸੰਬੰਧ ਬਣਾਉਂਦਾ ਸੀ। ਸੁਪਨੇ ਵਿੱਚ ਕੁੱਤਾ ਮੈਨੂੰ ਵੱਢਦਾ ਹੋਇਆ ਦਿਖਾਈ ਦਿੰਦਾ ਸੀ ਤਾਂ ਮੈਨੂੰ ਸੱਚੀ ਹੀ ਇੱਦਾਂ ਲੱਗਦਾ ਸੀ ਕਿ ਜਿੱਦਾਂ ਕੁੱਤਾ ਮੈਨੂੰ ਵੱਢ ਰਿਹਾ ਹੈ। ਮੈਨੂੰ ਇੱਦਾਂ ਲੱਗਦਾ ਸੀ ਕਿ ਕੁੱਤਾ ਹਮੇਸ਼ਾ ਹੀ ਮੇਰੇ ਬੈੱਡ ਦੇ ਥੱਲੇ ਹੈ ਅਤੇ ਮੈਂ ਜਿੱਦਾਂ ਹੀ ਥੱਲੇ ਉਤਰਾਂਗਾ ਕੁੱਤਾ ਮੈਨੂੰ ਕੱਟ ਦੂਗਾ। ਰਾਤ ਨੂੰ ਜਦੋਂ ਮੈਂ ਆਪਣੀ ਡਿਊਟੀ 'ਤੇ ਹੁੰਦਾ ਸੀ ਤਾਂ ਉਹ ਦੁਸ਼ਟ ਆਤਮਾ ਮੈਨੂੰ ਇੱਕ ਲੇਡੀ ਦੇ ਰੂਪ 'ਚ ਦਿਖਾਈ ਦਿੰਦਾ ਸੀ। ਉਸ ਲੇਡੀ ਦਾ ਫੇਸ ਇੱਕ ਸਾਈਡ ਤੋਂ ਸੜਿਆ ਹੋਇਆ ਸੀ ਤਾਂ ਉਹ ਅੰਧੇਰੇ ਵਿੱਚ ਹਰ ਟਾਈਮ ਮੇਰੇ ਪਿੱਛੇ ਹੀ ਹੁੰਦੀ ਸੀ। ਫਿਰ ਮੈਨੂੰ ਹਨੇਰੇ ਤੋਂ ਬਹੁਤ ਜ਼ਿਆਦਾ ਡਰ ਲੱਗਣ ਲੱਗ ਗਿਆ। ਫਿਰ ਮੈਂ ਆਪਣੀ ਡਿਊਟੀ ਤੋਂ ਵੀ ਟਾਈਮ ਨਾਲ ਹੀ ਘਰ ਵਾਪਸ ਆ ਜਾਂਦਾ ਸੀ। ਇਸ ਦੇ ਨਾਲ ਹੀ ਮੇਰਾ ਸੁਭਾਅ ਵੀ ਬਹੁਤ ਚੇਂਜ ਹੋ ਗਿਆ ਸੀ ਤਾਂ ਮੈਂ ਹਰ ਟਾਈਮ ਆਪਣੇ ਘਰਦਿਆਂ ਨਾਲ ਵੀ ਲੜਦਾ ਰਹਿੰਦਾ ਸੀ ਅਤੇ ਯਾਰਾਂ ਦੋਸਤਾਂ ਨਾਲ ਵੀ। ਇਸ ਦੇ ਨਾਲ ਹੀ ਮੈਂ ਵਿਅਭਿਚਾਰ ਅਤੇ ਨਸ਼ੇ ਵਿੱਚ ਚਲਾ ਗਿਆ। ਮੈਂ ਪੂਰੀ ਰਾਤ ਫ਼ੋਨ 'ਤੇ ਹੀ ਗੱਲਾਂ ਕਰਦਾ ਰਹਿੰਦਾ ਸੀ। ਮੈਂ ਜਦੋਂ ਵੀ ਬਾਹਰ ਕਿਸੇ ਕੁੜੀ ਨੂੰ ਦੇਖਦਾ ਸੀ ਤਾਂ ਮੇਰੇ ਮਨ ਵਿੱਚ ਗਲਤ ਖਿਆਲ ਆਉਂਦੇ ਸੀ ਅਤੇ ਮੈਂ ਹਰ ਵੇਲੇ ਆਪਣੇ ਸੋਸ਼ਲ ਮੀਡੀਆ 'ਤੇ ਹੀ ਐਕਟਿਵ ਰਹਿੰਦਾ ਸੀ ਅਤੇ ਮੈਂ ਜ਼ਿਆਦਾ ਟਾਈਮ ਆਪਣੇ ਫ਼ੋਨ ਦੇ ਨਾਲ ਹੀ ਬਤੀਤ ਕਰਦਾ ਸੀ। ਇਸ ਦੇ ਨਾਲ ਹੀ ਮੇਰਾ ਸਰੀਰ ਥੱਕਿਆ ਰਹਿੰਦਾ ਸੀ ਅਤੇ ਮੈਂ ਜੋਬ 'ਤੇ ਵੀ ਜਾ ਨਹੀਂ ਪਾਉਂਦਾ ਸੀ। ਇਸ ਦੇ ਕਾਰਨ ਹੀ ਮੇਰੀ ਜੋਬ ਵੀ ਛੁੱਟ ਗਈ। ਜਦੋਂ ਮੈਨੂੰ ਜੋਬ ਤੋਂ ਕੱਢ ਦਿੱਤਾ ਤਾਂ ਮੈਂ ਪਿੰਡ ਵਾਪਸ ਆਇਆ ਅਤੇ ਮੇਰੀ ਸੰਗਤੀ ਗਲਤ ਮੁੰਡਿਆਂ ਨਾਲ ਸੀਗੀ। ਪਿੰਡ ਵਿੱਚ ਜਿਨ੍ਹਾਂ ਮੁੰਡਿਆਂ ਨਾਲ ਮੇਰੀ ਦੋਸਤੀ ਸੀ ਉਹ ਨਸ਼ਾ ਕਰਦੇ ਸੀ। ਇੱਕ ਦਿਨ ਉਹ ਸ਼ਰਾਬ ਦਾ ਨਸ਼ਾ ਕਰ ਰਹੇ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਆ ਜਾ ਪੀ, ਇੱਕ ਵਾਰ ਤੂੰ ਪੀ ਕੇ ਦੇਖ। ਮੈਂ ਪਹਿਲੀ ਵਾਰ ਸ਼ਰਾਬ ਪੀਤੀ ਸੀ। ਜਦ ਪਹਿਲੇ ਦਿਨ ਮੈਂ ਸ਼ਰਾਬ ਪੀਤੀ ਤਾਂ ਉਹ ਮੈਨੂੰ ਕੌੜੀ ਲੱਗੀ। ਫਿਰ ਮੈਂ ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਹੀ ਮੈਂ ਬੀੜੀ, ਭੰਗ, ਸਿਗਰਟ, ਤੰਬਾਕੂ ਔਰ ਮੈਡੀਕਲ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਦੇ ਵਿੱਚ ਮੈਂ 1 ਬੋਤਲ ਸ਼ਰਾਬ ਦੀ, 2 ਪੈਕਟ ਬੀੜੀ, 2 ਪੈਕਟ ਸਿਗਰਟ, 2 ਤੋਂ 3 ਪੈਕਟ ਤੰਬਾਕੂ ਔਰ ਇੱਕ ਦਿਨ ਵਿੱਚ ਮੈਡੀਕਲ ਨਸ਼ਾ 3 ਗੋਲੀਆਂ ਲੈ ਜਾਂਦਾ ਸੀ। ਨਸ਼ਾ ਕਰਨ ਤੋਂ ਬਾਅਦ ਮੈਨੂੰ ਕੋਈ ਵੀ ਸੁੱਧ ਬੁੱਧ ਨਹੀਂ ਰਹਿੰਦੀ ਸੀ ਅਤੇ ਮੈਂ ਹਰ ਟਾਈਮ ਨਸ਼ੇ ਵਿੱਚ ਧੁੱਤ ਰਹਿੰਦਾ ਸੀ। ਮੈਂ ਸਵੇਰੇ ਉੱਠਦਿਆਂ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਸੀ। ਲੋਕਾਂ ਦੀ ਸਵੇਰ ਤਾਂ ਚਾਹ ਨਾਲ ਹੁੰਦੀ ਸੀ ਪਰ ਮੇਰੀ ਸਵੇਰ ਨਸ਼ੇ ਨਾਲ ਹੁੰਦੀ ਸੀ। ਮੈਂ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਨਸ਼ਾ ਕਰਦਾ ਸੀ। ਨਸ਼ਾ ਕੀਤੇ ਤੋਂ ਬਿਨਾਂ ਮੇਰੇ ਤੋਂ ਕੋਈ ਕੰਮ ਵੀ ਨਹੀਂ ਹੁੰਦਾ ਸੀ। ਮੈਂ ਜੋ ਵੀ ਕਮਾਈ ਕਰਦਾ ਸੀ ਉਸ ਦਾ ਅੱਧ ਤੋਂ ਜ਼ਿਆਦਾ ਹਿੱਸਾ ਮੈਂ ਨਸ਼ੇ ਵਿੱਚ ਉਡਾ ਦਿੰਦਾ ਸੀ। ਜ਼ਿਆਦਾ ਨਸ਼ਾ ਕਰਨ ਦੇ ਨਾਲ ਮੇਰੀ ਹਾਲਤ ਪਾਗਲਾਂ ਵਰਗੀ ਹੋ ਗਈ ਸੀ ਅਤੇ ਮੈਂ ਆਪਣੇ ਨਾਲ ਹੀ ਗੱਲਾਂ ਕਰਕੇ ਇਕੱਲਾ ਹੀ ਹੱਸਣ ਲੱਗ ਜਾਂਦਾ ਸੀ ਅਤੇ ਮੈਨੂੰ ਕੋਈ ਕੱਪੜੇ ਬਦਲਣ ਦੀ ਸੁੱਧ ਬੁੱਧ ਨਹੀਂ ਰਹਿੰਦੀ ਸੀ। ਮੈਨੂੰ ਇੰਨੀ ਜ਼ਿਆਦਾ ਨਸ਼ੇ ਦੀ ਤਲਬ ਲੱਗਦੀ ਸੀ, ਜਦੋਂ ਮੇਰੇ ਤੋਂ ਪੈਸੇ ਨਹੀਂ ਹੁੰਦੇ ਸੀ ਤਾਂ ਮੈਂ ਆਪਣੇ ਘਰ ਵਿੱਚ ਝਗੜਾ ਕਰਕੇ ਪੈਸੇ ਲੈਂਦਾ ਸੀ। ਅਗਰ ਮੈਨੂੰ ਘਰ ਵਿੱਚੋਂ ਨਹੀਂ ਮਿਲਦੇ ਸੀ ਤਾਂ ਮੈਂ ਬਾਹਰੋਂ ਮੰਗ ਕੇ ਨਸ਼ਾ ਕਰਦਾ ਹੁੰਦਾ ਸੀ। ਮੇਰੇ ਨਸ਼ੇ ਇੰਨੇ ਵੱਧ ਗਏ ਸੀ, ਮੈਨੂੰ ਰੋਟੀ ਮਿਲੇ ਚਾਹੇ ਨਾ ਮਿਲੇ ਪਰ ਮੈਨੂੰ ਨਸ਼ਾ ਚਾਹੀਦਾ ਸੀ। ਮੈਨੂੰ ਆਸ-ਪਾਸ ਦੇ ਲੋਕਾਂ ਨੇ ਨਸ਼ੇੜੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਮੇਰੇ ਘਰ ਦੇ ਮੈਨੂੰ ਨਸ਼ਾ ਕਰਨ ਤੋਂ ਰੋਕਦੇ ਸੀ ਤਾਂ ਮੈਂ ਘਰ ਵਿੱਚ ਲੜਾਈ ਝਗੜਾ ਕਰਦਾ ਸੀ। ਇੱਥੋਂ ਤੱਕ ਕਿ ਮੇਰੇ ਘਰ ਦੇ ਅਤੇ ਰਿਸ਼ਤੇਦਾਰਾਂ ਨੇ ਵੀ ਮੈਨੂੰ ਬੁਲਾਉਣਾ ਬਿਲਕੁਲ ਬੰਦ ਕਰ ਦਿੱਤਾ ਸੀ। ਜਦੋਂ ਮੈਨੂੰ ਮੇਰੇ ਘਰ ਦੇ ਜਾਂ ਰਿਸ਼ਤੇਦਾਰ ਬੁਲਾਉਂਦੇ ਨਹੀਂ ਹੁੰਦੇ ਸੀ ਅਤੇ ਜਾਂ ਮੈਨੂੰ ਨਸ਼ੇੜੀ ਕਹਿੰਦੇ ਹੁੰਦੇ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਮੈਂ ਨਸ਼ੇ ਛੱਡਣ ਦੀ ਕੋਸ਼ਿਸ਼ ਕਰਦਾ ਸੀ ਪਰ ਛੁੱਟ ਨਹੀਂ ਰਹੇ ਸੀ। ਮੈਂ ਇੱਕ ਦਿਨ ਬਹੁਤ ਉਦਾਸ ਬੈਠਾ ਸੀ ਕਿ ਮੇਰੇ ਤੋਂ ਨਸ਼ਾ ਨਹੀਂ ਛੁੱਟ ਰਿਹਾ ਅਤੇ ਮੇਰਾ ਕਜ਼ਨ ਬ੍ਰਦਰ ਘਰ ਆਇਆ ਸੀ। ਉਸ ਨੇ ਮੈਨੂੰ ਆ ਕੇ ਪੁੱਛਿਆ ਤੂੰ ਕਿਉਂ ਉਦਾਸ ਬੈਠਾ ਅਤੇ ਮੈਂ ਉਹਨੂੰ ਦੱਸਿਆ ਕਿ ਮੇਰੇ ਤੋਂ ਨਸ਼ਾ ਨਹੀਂ ਛੁੱਟ ਰਿਹਾ। ਮੇਰਾ ਕਜ਼ਨ ਬ੍ਰਦਰ ਪਹਿਲਾਂ ਤੋਂ ਹੀ ਖਾਮਰਾ ਚਰਚ ਨਾਲ ਜੁੜਿਆ ਹੋਇਆ ਸੀ। ਉਹਨੇ ਮੈਨੂੰ ਕਿਹਾ ਤੂੰ ਚਿੰਤਾ ਨਾ ਕਰ, ਤੂੰ ਇੱਕ ਵਾਰ ਖਾਮਰਾ ਚਰਚ ਚੱਲ। ਉੱਥੇ ਲੋਕ ਦੁਸ਼ਟ ਆਤਮਾ ਤੋਂ ਆਜ਼ਾਦ ਹੁੰਦੇ ਆ, ਨਸ਼ਿਆਂ ਤੋਂ ਆਜ਼ਾਦ ਹੁੰਦੇ ਆ, ਲੰਗੜੇ ਚੱਲਦੇ ਆ, ਕੋੜੀ ਸ਼ੁੱਧ ਹੁੰਦੇ ਆ ਤਾਂ ਗੁੰਗੇ ਬੋਲਦੇ ਆ। ਮੈਂ ਆਪਣੇ ਕਜ਼ਨ ਬ੍ਰਦਰ ਦੇ ਕਹਿਣ 'ਤੇ 3 ਅਕਤੂਬਰ 2021 ਨੂੰ ਖਾਮਰਾ ਚਰਚ ਵਿੱਚ ਆਇਆ ਤਾਂ ਮੈਂ ਆ ਕੇ ਦੇਖਿਆ ਕਿ ਇੱਥੇ ਬਹੁਤ ਜ਼ਿਆਦਾ ਦੁਨੀਆ ਸੀ। ਤਾਂ ਇੱਥੇ ਵਰਸ਼ਿਪ ਚੱਲ ਰਹੀ ਸੀ ਅਤੇ ਗਵਾਹੀਆਂ ਚੱਲ ਰਹੀਆਂ ਸੀ। ਗਵਾਹੀਆਂ ਨੂੰ ਦੇਖ ਕੇ ਮੇਰਾ ਵਿਸ਼ਵਾਸ ਵੱਧ ਗਿਆ ਕਿ ਇੱਥੋਂ 20-20 ਸਾਲ ਦੇ ਨਸ਼ੇ ਤੋਂ ਆਜ਼ਾਦ ਹੋ ਰਹੇ ਆ ਅਤੇ ਮੇਰਾ ਨਸ਼ਾ ਤਾਂ ਕੁਛ ਵੀ ਨਹੀਂ। ਉਸੇ ਦਿਨ ਹੀ ਜਦ ਪਰਮੇਸ਼ਰ ਦੇ ਦਾਸ
ਨਸ਼ੇ ਅਤੇ ਬੇਬੀਚਾਰ ਦੀ ਦੁਸ਼ਟ ਆਤਮਾ ਨੂੰ ਡਾਂਟ ਰਹੇ ਸੀ ਤਾਂ ਮੈਂ ਉਸ ਪ੍ਰਾਰਥਨਾ ਨੂੰ ਆਪਣੇ ਲਈ ਰਿਸੀਵ ਕੀਤਾ। हर वो आत्मा जो पाप की है, अपवित्रताई की है, व्यभिचार की है, नशे की है, मैं उसे कमांड करता हूं, कमांड करती हूं, वो निकल आए। से आउट, आउट, आउट। कमांड करो जाने के लिए, उसे बोलो यीशु मसीह के सामर्थी नाम में। जिस तरह ही मैं उस सामर्थी प्रार्थना ਨੂੰ ਰਿਸੀਵ ਕੀਤਾ ਤਾਂ ਮੈਨੂੰ ਝਟਕਾ ਮਹਿਸੂਸ ਹੋਇਆ ਤੇ ਮੈਂ ਡਿੱਗ ਗਿਆ। ਇਸ ਪ੍ਰਾਰਥਨਾ ਰਿਸੀਵ ਕਰਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਬਹੁਤ ਹਲਕਾ ਮਹਿਸੂਸ ਕੀਤਾ। ਫਿਰ ਘਰ ਜਾਣ ਤੇ ਮੈਂ ਜਾ ਕੇ ਨਸ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਤੋਂ ਨਸ਼ਾ ਨਹੀਂ ਹੋ ਰਿਹਾ ਸੀ। ਹੁਣ ਨਾ ਤਾਂ ਮੈਂ ਕੋਈ ਨਸ਼ਾ ਕਰਦਾ, ਨਾ ਮੈਂ ਵਿਅਭਿਚਾਰ ਜਾਂ ਨਾ ਮੈਨੂੰ ਗਲਤ ਸੁਪਨੇ ਆਉਂਦੇ, ਨਾ ਹੀ ਮੈਨੂੰ ਕੋਈ ਕਾਲਾ ਸਾਇਆ ਦਿਖਾਈ ਦਿੰਦਾ, ਨਾ ਹੀ ਕੋਈ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਆ। ਜਿਹੜੇ ਪਹਿਲਾਂ ਲੋਕ ਮੈਨੂੰ ਨਸ਼ੇੜੀ ਕਹਿੰਦੇ ਸੀ, ਹੁਣ ਉਹ ਲੋਕ ਮੈਨੂੰ ਪੁੱਛਦੇ ਨੇ ਤੂੰ ਕਿੱਥੋਂ ਨਸ਼ੇ ਤੋਂ ਆਜ਼ਾਦ ਹੋਇਆ, ਤਾਂ ਮੈਂ ਉਹਨਾਂ ਨੂੰ ਪੂਰਾ ਹੱਸ ਕੇ ਦੱਸਦਾ ਮੈਨੂੰ ਪਰਮੇਸ਼ਰ ਨੇ ਆਜ਼ਾਦ ਕੀਤਾ ਖਾਂਬਰਾ ਚਰਚ ਤੋਂ। ਜਿਹੜੇ ਮੇਰੇ ਵੀਰ ਹਜੇ ਵੀ ਨਸ਼ੇ ਵਿੱਚ ਹੈ ਜਾਂ ਵਿਅਭਿਚਾਰ ਵਿੱਚ ਹੈ, ਮੈਂ ਉਹਨੂੰ ਇਹੀ ਕਹਿਣਾ ਚਾਹੁੰਦਾ ਕਿ ਬਾਈ ਤੁਸੀਂ ਵੀ ਪਰਮੇਸ਼ਰ ਨੂੰ ਇੱਕ ਵਾਰ ਜਾਣ ਕੇ ਦੇਖੋ। ਪਰਮੇਸ਼ਰ ਸਭ ਕੁਝ ਕਰਨ ਦੀ ਸਾਮਰਥ ਰੱਖਦਾ। ਉਹਨੇ ਮੈਨੂੰ ਵੀ ਨਸ਼ੇ ਤੋਂ ਆਜ਼ਾਦ ਕੀਤਾ, ਉਹ ਤੁਹਾਨੂੰ ਵੀ ਨਸ਼ੇ ਤੋਂ ਆਜ਼ਾਦ ਕਰਨ ਦੀ ਸਾਮਰਥ ਰੱਖਦਾ। ਇਸ ਵੱਡੀ ਗਵਾਹੀ ਦੇ ਲਈ ਕਿ ਪਰਮੇਸ਼ਰ ਨੇ ਮੈਨੂੰ ਨਸ਼ੇ ਅਤੇ ਵਿਅਭਿਚਾਰ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ ਔਰ ਇੱਕ ਨਵੀਂ ਜ਼ਿੰਦਗੀ ਦਿੱਤੀ। ਇਸ ਕਰਕੇ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਪਰਮੇਸ਼ਰ ਦੇ ਦਾਸ ਦਾ ਵੀ ਬਹੁਤ ਧੰਨਵਾਦ ਕਰਦਾ। ਸਾਰਿਆਂ ਨੂੰ ਜੈ ਮਸੀਹ ਦੀ। जैसे कि बाइबल में लिखा है, वही तो तेरे सब अधर्म को क्षमा करता और तेरे सब रोगों को चंगा करता है। यह वचन इस बहन के जीवन में पूरा हुआ। सारे भैन भरावां नूं मेरे वालों जय मसीह दी। मेरा नाम शिंदर आ, मैं जिला गुरदासपुर दे पिंड मेरा बुल्लोवाल मैं ते मैं अपने जीवन की वड्डी गवाही देन लगी हाँ, क्योंकि मेरे जीवन दे विच 10 साल तो काला पी लिया सी। अज तो 10 साल पहला 2012 दे विच मैं बीमार हो गई ते बीमार होई ते मेरे सिर नूं बहुत ज़्यादा दर्द शुरू हो गई ते मेरे बर्दाश्त नहीं सी मेरे को कीती जांदी, इन्नी मेरे सिर नूं दर्द सी ते उस दे नाल ही मैनूं उल्टियां भी शुरू हो गईयां। तां मैं पिंडां वाले डॉक्टर कोल दवाई खाधी ते मैनूं फर्क नहीं सी पैंदा। बहुत काफ़ी मैं दवाई खाधी ते कोई फर्क नहीं पिया। जद मैं पिंडां वाले डॉक्टर कोलों नहीं रमान आया, फिर मेरे हसबैंड मैनूं गुरदासपुर दे प्राइवेट हॉस्पिटल च लैके गए तो फिर उन्होंने सारे मेरे बॉडी के टैसट किए, उन्होंने विच काला पीलिया आया तो जोड़ा उन्होंने दसिया भी ये बहुत भयानक बीमारी है। फिर बहुत उस तो बाद काले पीलिए की दवाई खानी शुरू की। जिथों जिन्होंने प्राइवेट दसिया सी उन्होंने कोलों भी दवाई खाधी तो कोई फर्क नहीं पिया। तो फिर मैंने अमृतसरों विखाया तो मेरे परिवार नूं साफ साफ डॉक्टर ने दसिया भी ये लास्ट स्टेज ते आ, इन्हां दी मौत भी हो सकती है, इन्हां नूं कुछ भी हो सकता। अमृतसर के डॉक्टर ने मेरे पेट के उत्ते ना भी मशीन लाउंदे हुंदे सी, उहदे नाल दे किरना पाउंदे आ कि इहदा काला पीलिया जिहड़ा सड़ जावे। तो मैं उत्थों भी साल भर दवाई खाधी तो कोई खास फर्क नहीं पिया। मैं हार के उत्थों भी छड्डी दवाई। काले पीलिए की बीमारी का करके इन्नी कि मेरे सिर नूं दर्द ही ना मेरे सहन तो बाहर ही कि मैं उठ के तो इधर दी ऐ नहीं हो सकती तो मैनूं उल्टियां भी इन्नियां आउंदियां हुंदियां सी। ते उस तो बाद भी एक बार हफ्ता भर पे मैं इदा ही अंदर पई रही तो उल्टियां करती रहना, मैनूं रोटी पानी कुछ नहीं सी पचदा तो मेरा इन्ना क काला पीलिया वध गया सी ना भी बहुत ही ज़्यादा। जो काला पीलिया वधन के कारण डॉक्टर ने मैनूं कहा कि तुसीं 6 महीने की लगातार दवाई खाओ, उस तो बाद तुहाडा टैसट होएगा तो वेखांगे कि तुहाडा पीलिया कितना कवर होया वा ते कितना नहीं कवर होया। जे तो ज़्यादा कवर होगा तो दवाई भी घटाई जाएगी तो उस तो बाद तुहानूं 3 महीनों बाद 10,000 रुपये का एक टीका लग्या करेगा। तो जो तुहाडा होर काला पीलिया घट गया फिर तुहानूं 6 महीने लग्या करेगा तो फिर तुहानूं पक्का 1 साल पिछों लगवाना ही पिया करेगा काले पीलिए का टीका। तो मैनूं डॉक्टर फिर टैसट दस्सिया जिन्हां को फिर मैं गई सी, उन्हें फिर शरीर के सारे टैसट दस्सिया तो मैं टैसट कराउण गई तो जो मैनूं फिर तीजी बार भी यही दस्सिया लास्ट ही स्टेज। तो ये सी भी मैं बहुत परेशान ही क्योंकि मैनूं ये मेरे दिल च रहिंदा था कि मैं अपने बच्चे इन्ने औखे होके पाले तो मैं इन्हां दा कुछ वेख नहीं सकती। तो मैनूं बहुत इस चीज़ ने अंदर अंदर दुख ही, पर मैं अपने बच्चों के सामने नहीं शो करती कि मैनूं आ दुख है तो मैं तुहाडे विच नहीं होना, क्योंकि मैनूं रोग ही इहो जिहा लग गया जिहदा
ਮੈਨੂੰ 10 ਸਾਲ ਹੋ ਗਏ ਤੇ ਇਹਦਾ ਰਮਾਨ ਹੀ ਨਹੀਂ ਅਜੇ ਤੱਕ ਆਉਣ ਡਿਆ ਕੀ ਬਣਨਾ ਮੇਰੇ ਨਾਲ। ਮੈਂ ਘੱਟੋ ਘੱਟ ਨਹੀਂ ਤੇ 3-4 ਗੁਰਦਾਸਪੁਰ ਦੇ ਡਾਕਟਰ ਬਦਲੇ ਤੇ 2-3 ਮੈਂ ਅੰਮ੍ਰਿਤਸਰ ਤੋਂ ਵੀ ਬਦਲੇ ਤੇ ਬਾਅਦ ਦੇ ਵਿੱਚ ਫਿਰ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਰਹੀ। ਇੱਕ ਦਿਨ ਨਾ ਮੇਰਾ ਬੇਟਾ ਕੰਮ ਤੇ ਜਾਂਦੇ ਤੇ ਸਾਡੇ ਪਿੰਡ ਦਾ ਇੱਕ ਨਾ ਬੰਦਾ ਟੱਕਰਿਆ ਤਾਂ ਉਹਨੇ ਕਿਹਾ ਵੀ ਤੁਸੀਂ ਨਾ ਖਾਂਬੜੇ ਚਰਚ ਆਪਣੀ ਮੰਮਾ ਨੂੰ ਖੜੋ, ਤੁਹਾਨੂੰ ਇੰਨੇ ਚਿਰਾਂ ਦਾ ਕਾਲਾ ਪੀ ਲਿਆ, ਤੇਰੀ ਮੰਮੀ ਨੂੰ ਰਮਾਨ ਨਹੀਂ ਆਉਣ ਡਿਆ, ਨਾ ਉੱਥੇ ਜਾ ਕੇ ਵੇਖੋ ਕਿੰਨੀਆਂ ਕਿੰਨੀਆਂ ਵੱਡੀਆਂ ਗਵਾਹੀਆਂ ਬਣਦੀਆਂ ਤੇ ਪਰਮੇਸ਼ਰ ਕਿੱਦਾਂ ਬਲੈਸ ਕਰਦਾ, ਕਿੰਨੇ ਪਰਮੇਸ਼ਰ ਵੱਡੇ ਵੱਡੇ ਕੰਮ ਕਰਦਾ। ਜਦ ਅਸੀਂ ਪਹਿਲੇ ਦਿਨ ਹੀ ਆਏ ਸਾਨੂੰ ਪਰਮੇਸ਼ਰ ਦੇ ਵਚਨ ਸੁਣੇ, ਪਰਮੇਸ਼ਰ ਦੀਆਂ ਜਦੋਂ ਲੋਕਾਂ ਨੂੰ ਚੰਗਿਆਈ ਮਿਲੀ, ਗਵਾਹੀਆਂ ਸੁਣੀਆਂ, ਫਿਰ ਉਹਨਾਂ ਗਵਾਹੀਆਂ ਦੇ ਉੱਤੇ ਬੜਾ ਵੱਡਾ ਵਿਸ਼ਵਾਸ ਹੋਰ ਕੀਤਾ ਪਰਮੇਸ਼ਰ ਦੇ ਵੀ ਜੇ ਇਹਨਾਂ ਨੂੰ ਲੋਕਾਂ ਨੂੰ ਚੰਗਾ ਕਰ ਸਕਦਾ ਇੰਨੇ ਵੱਡੇ ਵੱਡੇ ਰੋਗੀਆਂ ਨੂੰ ਤੇ ਸਾਨੂੰ ਵੀ ਕਰ ਸਕਦਾ। ਤੇ ਜਦ ਮੈਂ ਖਾਂਬੜਾ ਚਰਚ ਦੇ ਨਾਲ ਅਸੀਂ ਜੁੜੇ, ਅਸੀਂ ਲਗਾਤਾਰ ਆਉਣਾ ਸ਼ੁਰੂ ਕੀਤਾ ਤੇ ਜਦੋਂ ਅਸੀਂ ਗਵਾਹੀਆਂ ਸੁਣਦੇ ਸੀ ਤੇ ਅਸੀਂ ਵੀ ਇਸ ਚੀਜ਼ ਨੂੰ ਮੈਂ ਰਿਸੀਵ ਕਰਦੀ ਸੀ। ਜਦੋਂ ਵੀ ਮੈਂ ਗਵਾਹੀ ਸੁਣਦੀ ਹਾਂ ਕਿ ਪ੍ਰਭੂ ਇਸੇ ਤਰ੍ਹਾਂ ਮੈਂ ਵੀ ਇੱਕ ਦਿਨ ਇਸ ਜਗ੍ਹਾ ਤੇ ਆਣ ਕੇ ਮੈਂ ਵੀ ਪੁਲਪਿਟ ਤੇ ਗਵਾਹੀ ਦੇਵਾਂ। ਜਦੋਂ ਮੈਂ ਚਰਚ ਖਾਂਬੜਾ ਵਿੱਚ ਆਈ ਸੀ ਤੇ ਰੱਬ ਦੇ ਦਾਸ ਨੇ ਘੋਸ਼ਣਾ ਕੀਤੀ ਕਿ ਅੱਜ ਤੁਹਾਡੇ ਸਰੀਰਾਂ ਨੂੰ ਬਿਮਾਰੀਆਂ ਛੱਡ ਕੇ ਜਾ ਰਹੀਆਂ ਵਾ, ਉਸ ਘੋਸ਼ਣਾ ਨੂੰ ਮੈਂ ਆਪਣੇ ਲਈ ਰਿਸੀਵ ਕੀਤਾ। बीमारी की आत्मा आउट, रोग की आत्मा आउट, छूटने की सामर्थ्य आज कार्य करे आपकी लाइफ में यीशु मसीह के सामर्थ्य नाम में। कैच फायर, कैच फायर, कैच फायर, कैच फायर, कैच फायर। जिस दिन तो मैं इस चीज़ ਨੂੰ प्रार्थना रिसीव ਕੀਤਾ, ਉਸ ਦਿਨ ਤੋਂ ਪਵਿੱਤਰ ਆਤਮਾ ਨੇ ਮੈਨੂੰ ਛੂਹਿਆ। ਉਸ ਦਿਨ ਤੋਂ ਨਾ ਮੇਰੇ ਸਿਰ ਦਰਦ ਨਾ ਕੋਈ ਉਲਟੀ ਆਉਂਦੀ ਆ ਤੇ ਜਦ ਮੈਂ ਖਾਣਾ ਖਾਂਦੀ ਆ ਉਹ ਵੀ ਮੈਨੂੰ ਪਚਦਾ ਵਾ। 24 ਅਪ੍ਰੈਲ 2022 ਨੂੰ ਜਦ ਮੈਂ ਆਪਣੇ ਕਾਲੇ ਪੀਲੀਏ ਦੇ ਟੈਸਟ ਕਰਵਾਏ ਤੇ ਮੇਰੇ ਟੈਸਟ ਬਿਲਕੁਲ ਕਲੀਅਰ ਆਏ ਆ ਤੇ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਤੇ ਮੇਰਾ ਪਰਿਵਾਰ ਵੀ ਬਹੁਤ ਬਹੁਤ ਖੁਸ਼ ਵਾ ਕਿ ਪਰਮੇਸ਼ਰ ਨੇ ਬਹੁਤ ਵੱਡਾ ਸਾਡੀ ਜ਼ਿੰਦਗੀ ਵਿੱਚ ਕੰਮ ਕੀਤਾ। ਜੋ 10 ਸਾਲ ਦੀ ਬਿਮਾਰੀ ਸੀ ਮੈਨੂੰ ਪਰਮੇਸ਼ਰ ਨੇ ਉਸ ਬਿਮਾਰੀ ਤੋਂ ਆਜ਼ਾਦ ਕੀਤਾ। ਤੇ ਮੈਂ ਲੋਕਾਂ ਨੂੰ, ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪਰਮੇਸ਼ਰ ਵਿੱਚ ਅੜੇ ਰਹੋ ਤੇ ਖੜੇ ਰਹੋ। ਪਰਮੇਸ਼ਰ ਸਾਡਾ ਸਾਰਾ ਕੁਝ ਕਰਨ ਦੀ ਤਾਕਤ ਰੱਖਦਾ। ਇਸ ਵੱਡੀ ਗਵਾਹੀ ਦੇ ਵਾਸਤੇ ਮੈਂ ਬਹੁਤ ਬਹੁਤ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਤੇ ਪਰਮੇਸ਼ਰ ਦੇ ਦਾਸ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ।